ਸਤਿ ਸ਼੍ਰੀ ਅਕਾਲ, ਸਵਾਗਤ ਹੈ ਤੁਹਾਡਾ ਸਾਰਿਆਂ ਦਾ NRI ਵਰਡ ਦੇ ਵਿੱਚ। ਕੈਨੇਡਾ ਤੋਂ ਕੋਵਿਡ-19 ਅਪਡੇਟਸ ਦੇ ਨਾਲ ਮੈਂ ਰੁਪਿੰਦਰ ਇੱਕ ਵਾਰੀ ਫਿਰ ਤੋਂ ਹਾਜ਼ਰ ਹਾਂ। ਕੈਨੇਡਾ ਵਿੱਚ ਕੋਵਿਡ-19 ਕੇਸਿਸ ਦਾ ਅੰਕੜਾ 99,000 ਤੋਂ ਉੱਪਰ ਹੋ ਚੁੱਕਾ ਹੈ। ਇਸ ਦੇ ਨਾਲ ਹੀ CERB ਯਾਨੀ ਕੈਨੇਡਾ ਐਮਰਜੈਂਸੀ ਰਿਸਪੌਂਸ ਬੈਨੀਫਿਟ ਨੂੰ 2 ਮਹੀਨੇ ਲਈ ਵਧਾ ਦਿੱਤਾ ਗਿਆ ਹੈ। ਹੋਰ ਕੀ ਕੁਝ ਹੈ ਖਾਸ, ਐਸੇ ਤੇ ਰਹੇਗੀ ਨਜ਼ਰ ਅੱਜ NRI ਵਰਡ ਦੇ ਵਿੱਚ। ਕੈਨੇਡਾ ਵਿੱਚ ਕੋਵਿਡ-19 ਕੇਸਿਸ ਦਾ ਅੰਕੜਾ 99,000 ਤੋਂ ਉੱਪਰ ਹੋ ਚੁੱਕਾ ਹੈ। ਇਸ ਦੇ ਨਾਲ ਹੀ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਨੇ ਅੱਜ ਇੱਕ ਵਾਰੀ ਫਿਰ ਤੋਂ ਨੇਸ਼ਨ ਨੂੰ ਐਡਰੈਸ ਕੀਤਾ ਅਤੇ CERB ਯਾਨੀ ਕਿ ਕੈਨੇਡਾ ਐਮਰਜੈਂਸੀ ਰਿਸਪੌਂਸ ਬੈਨੀਫਿਟ ਨੂੰ ਅਗਲੇ 8 ਹਫ਼ਤਿਆਂ ਲਈ ਵਧਾਉਣ ਦਾ ਐਲਾਨ ਕੀਤਾ। ਤੇ ਕੈਨੇਡਾ ਸਰਕਾਰ ਵੱਲੋਂ 8 ਹਫ਼ਤਿਆਂ ਲਈ ਵਧਾਏ ਗਏ CERB ਯਾਨੀ ਕਿ ਕੈਨੇਡਾ ਐਮਰਜੈਂਸੀ ਰਿਸਪੌਂਸ ਬੈਨੀਫਿਟ ਸੰਬੰਧੀ ਗੱਲਬਾਤ ਕਰਨ ਲਈ ਸਾਡੇ ਨਾਲ ਜੁੜ ਰਹੇ ਨੇ ਬ੍ਰੈਂਪਟਨ ਸਾਊਥ ਤੋਂ ਮੈਂਬਰ ਪਾਰਲੀਮੈਂਟ ਸੋਨੀਆ ਸਿੱਧੂ। ਸਤਿ ਸ਼੍ਰੀ ਅਕਾਲ ਸੋਨੀਆ ਜੀ, ਸਵਾਗਤ ਹੈ ਤੁਹਾਡਾ ਬਹੁਤ-ਬਹੁਤ PTC ਦੇ ਵਿੱਚ। ਸਤਿ ਸ਼੍ਰੀ ਅਕਾਲ ਰੁਪਿੰਦਰ ਜੀ, PTC ਦੇ ਸਾਰੇ ਵੀਅਰਸ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਜੀ। ਤੁਹਾਡੇ ਤੋਂ ਜਾਣਨਾ ਚਾਹਾਂਗੇ, ਜਿਵੇਂ ਅੱਜ ਅਹਿਮ ਐਲਾਨ ਕੀਤਾ ਗਿਆ ਹੈ ਕਿ CERB ਨੂੰ 8 ਹਫ਼ਤਿਆਂ ਲਈ ਵਧਾਇਆ ਜਾ ਰਿਹਾ ਹੈ। ਵੀ ਅੰਡਰਸਟੈਂਡ ਕਿ ਪ੍ਰਾਈਮ ਮਿਨਿਸਟਰ ਨੇ ਹਮੇਸ਼ਾ ਕਿਹਾ ਕਿ ਉਹ ਕੈਨੇਡੀਅਨਸ ਦੇ ਨਾਲ ਖੜੇ ਨੇ, ਬਟ ਪਿਛਲੇ ਕੁਝ ਦਿਨਾਂ ਤੋਂ NDP ਵੱਲੋਂ ਵੀ ਦਬਾਅ ਪਾਇਆ ਜਾ ਰਿਹਾ ਸੀ ਤੇ ਹੁਣ ਜਦ ਕੱਲ ਤੋਂ ਹਾਊਸ ਆਫ ਕਾਮਨਸ ਦੀ ਸਿਟਿੰਗ ਹੋਣੀ ਹੈ ਤੇ ਕਈ ਮੈਜਰਸ ਜਿਹੜੇ ਹੈਗੇ ਨੇ ਹਾਲੇ ਸਰਕਾਰ ਨੇ ਪਾਸ ਕਰਵਾਣੇ ਨੇ ਹੋਰ ਪਾਰਟੀਜ਼ ਦੀ ਮਦਦ ਦੇ ਨਾਲ, ਤਾਂ ਇਸ ਲਈ ਇਹ ਮੰਨੀਏ ਕਿ ਉਸ ਦਬਾਅ ਦੇ ਚੱਲਦੇ ਇਹ ਐਲਾਨ ਅੱਜ ਕੀਤਾ ਗਿਆ। ਜਿਵੇਂ ਕਿ ਰੁਪਿੰਦਰ ਜੀ ਤੁਸੀਂ ਜਾਣਦੇ ਹੀ ਹੋ ਕਿ ਸਭ ਤੋਂ ਪਹਿਲਾਂ ਤਾਂ ਜਿਵੇਂ ਪ੍ਰਾਈਮ ਮਿਨਿਸਟਰ ਸਾਰੇ ਹੀ ਵਰਗਾਂ ਨੂੰ ਮੈਂ ਪਿਛਲੇ ਟਾਈਮ ਤੋਂ ਵੀ ਦੱਸਦੀ ਆ ਰਹੀ ਹਾਂ, ਚਾਹੇ ਸਾਡੇ ਸਟੂਡੈਂਟਸ ਹੈਗੇ ਆ, ਚਾਹੇ ਸਾਡੇ ਸੀਨੀਅਰਸ ਹੈਗੇ ਆ, ਚਾਹੇ ਸਾਡੇ ਵਰਕਿੰਗ ਕਲਾਸ ਵਾਲੇ, ਅਸੀਂ ਸਾਰੇ ਹੀ ਰੈਜ਼ੀਡੈਂਟਸ ਜਿੰਨੇ ਵੀ ਉਹਨਾਂ ਦੇ ਵਿਊਜ਼ ਹੈਗੇ ਆ, ਪ੍ਰਾਈਮ ਮਿਨਿਸਟਰ, ਕੈਬਨਿਟ, MP ਸਾਰੇ ਹੀ ਅਸੀਂ ਉਹਨਾਂ ਨੂੰ ਜਿਹੜੇ ਵਿਊਜ਼ ਸਾਡੇ ਰੈਜ਼ੀਡੈਂਟਸ ਦੇ ਅਸੀਂ ਉੱਥੇ ਪਹੁੰਚਾਉਂਦੇ ਹੈਗੇ ਆ। ਸੇ ਪ੍ਰਾਈਮ ਮਿਨਿਸਟਰ ਨੇ ਹਮੇਸ਼ਾ ਹੀ ਸ਼ੁਰੂ ਤੋਂ ਲੈ ਕੇ ਹੁਣ ਤੱਕ ਜਿਹੜਾ ਵੀ ਐਡਰੈਸ ਕੀਤਾ ਸਾਰੇ ਵਰਗਾਂ ਨੂੰ ਮੁੱਖ ਰੱਖ ਕੇ, ਚਾਹੇ ਉਹ ਸਾਡੇ ਬਿਜ਼ਨਸ ਵਾਲੇ ਭੈਣ ਭਰਾ ਹੈਗੇ ਆ, ਸਾਰਿਆਂ ਨੂੰ ਹੀ ਹੈਲਪ ਪ੍ਰੋਵਾਈਡ ਕਰਨ ਦੀ ਕੋਸ਼ਿਸ਼ ਕੀਤੀ ਹੈਗੀ ਆ। ਸੋ ਜਿਵੇਂ ਕਿ ਜਿਹੜੀ ਜੌਬ ਲਾਸ ਨੂੰ ਦੇਖਦੇ ਹੋਏ ਜਿਹੜਾ ਕਿ ਤਾਂ ਕਿ ਜਿਹੜੇ ਸਾਡੇ ਕੈਨੇਡੀਅਨਸ ਆ ਹੋਰ ਸਫਰ ਨਾ ਕਰ ਸਕਣ, ਇਹਦੇ ਕਰਕੇ ਪਹਿਲਾਂ ਵੀ ਪ੍ਰਾਈਮ ਮਿਨਿਸਟਰ ਨੇ ਕਿਹਾ ਸੀਗਾ ਕਿ ਹਮੇਸ਼ਾ ਹੀ ਮੈਂ ਹਰ ਤਰ੍ਹਾਂ ਨਾਲ ਹੈਲਪ ਕਰਨ ਨੂੰ ਹਰ ਇੱਕ ਲਈ ਤਿਆਰ ਹੈਗਾ। ਸੋ ਇਹ ਜਿਹੜੀ ਕੋਸ਼ਿਸ਼ ਆ ਇਸ ਕਰਕੇ ਕੀਤੀ ਗਈ ਹੈਗੀ ਆ ਤਾਂ ਕਿ ਆਉਣ ਵਾਲੇ ਟਾਈਮ ਦੇ ਵਿੱਚ ਜਿਹੜੇ ਕੈਨੇਡੀਅਨਸ ਜਿਹੜੇ ਹੈਗੇ ਆ ਉਹ ਆਪਣਾ ਚੰਗੀ ਤਰ੍ਹਾਂ ਤੁਸੀਂ ਸਰਵਾਈਵ ਕਰਕੇ ਤੇ ਅਸੀਂ ਇਸ ਨੂੰ ਸਟਰੋਂਗਲੀ ਇਸ ਜਿਹੜੇ ਕੋਵਿਡ-19 ਤੋਂ ਉੱਭਰ ਕੇ ਆਈ। ਇਸੇ ਕਰਕੇ ਜਿਹੜੀ ਸ਼ੁਰੂ ਤੋਂ ਹੀ ਇਹ ਗੱਲ ਚੱਲ ਰਹੀ ਸੀਗੀ CERB ਨੂੰ ਵਧਾਉਣ ਖਾਤਰ, ਪਹਿਲਾਂ ਵੀ ਇਹ ਗੱਲ ਹੋਈ ਸੀਗੀ, ਪ੍ਰਾਈਮ ਮਿਨਿਸਟਰ ਨੇ ਕਿਹਾ ਸੀਗਾ। ਸੋ ਇਸ ਕਰਕੇ ਜਿਹੜੀ ਐਕਸਟੈਂਸ਼ਨ ਹੋਣ ਜਾ ਰਹੀ ਹੈਗੀ ਆ ਉਹ ਇਸੇ ਗੱਲ ਦਾ ਨਤੀਜਾ ਹੈਗਾ ਕਿ ਸਾਰੇ ਹਾਲਾਤ ਨੂੰ ਦੇਖਦੇ ਹੋਏ ਕਿ ਕਿਵੇਂ ਕੈਨੇਡੀਅਨਸ ਦੀ ਹੈਲਪ ਕੀਤੀ ਜਾ ਸਕਦੀ ਹੈ। ਸੋ ਇਸੇ ਕਰਕੇ ਇਹ ਜਿਹੜਾ ਫੈਸਲਾ ਲਿਆ ਜਾ ਰਿਹਾ ਹੈਗਾ। ਜੀ, ਅਸੀਂ ਕਈ ਮਹੀਨਿਆਂ ਤੋਂ ਦੇਖ ਰਹੇ ਹਾਂ ਕਿ ਕਈ ਤਰ੍ਹਾਂ ਦੇ ਬੈਨੀਫਿਟਸ ਦਾ ਐਲਾਨ ਕੀਤਾ ਗਿਆ, ਭਾਵੇਂ CERB ਹੋਏ, ਵੇਜ ਸਬਸਿਡੀ ਹੋਏ, ਬਿਜ਼ਨਸ ਲੋਨ ਹੋਏ ਸਟੂਡੈਂਟਸ ਲਈ ਜਾਂ ਹੋਰ ਇੰਪਲੋਇਰਸ ਲਈ, ਪਰ ਇੱਕ ਡਿਜੀਟਲ ਟੂਲਸ ਜਿਹੜੇ ਬਣਾਏ ਗਏ ਨੇ ਤਾਂ ਕਿ ਹਰ ਕਿਸੇ ਨੂੰ ਮਦਦ ਮਿਲ ਸਕਦੀ ਹੈ ਕਿ ਕਿਹੜੇ ਬੈਨੀਫਿਟ ਲਈ ਉਹ ਕੁਆਲੀਫਾਈ ਕਰਦੇ ਨੇ। ਉਹ ਡਿਜੀਟਲ ਟੂਲਸ ਜਿਹੜੇ ਹੈਗੇ ਨੇ ਉਹਨਾਂ ਬਾਰੇ ਜਾਣਨਾ ਚਾਹਾਂਗੇ। ਕਿਉਂਕਿ ਬਿਜ਼ਨਸ ਚਾਹੇ ਉਹ ਸਮਾਲ ਬਿਜ਼ਨਸ ਹੈਗੇ, ਚਾਹੇ ਮੀਡੀਅਮ ਬਿਜ਼ਨਸਿਸ ਹੈਗੇ ਆ, ਉਹਨਾਂ ਨੂੰ ਹੈਲਪ ਜਿਹੜੀ ਦੇਣੀ ਬਹੁਤ ਜ਼ਰੂਰੀ ਹੈਗੀ ਹੈ। ਜੇ ਤੁਸੀਂ ਦੇਖੋ ਕਿ ਜਿਹੜਾ ਜ਼ਮਾਨਾ ਵੀ ਇਨੋਵੇਸ਼ਨ ਦਾ ਜ਼ਮਾਨਾ ਆ ਗਿਆ ਹੈਗਾ, ਤੇ ਇਸ ਤੋਂ ਪਹਿਲਾਂ ਜਿਵੇਂ ਕੋਵਿਡ-19 ਦੇ ਵਿੱਚ ਆਨਲਾਈਨ ਤੁਸੀਂ ਜਿਹੜਾ ਇੱਕ ਹੈਲਪ ਜਿਹੜੀ ਦੇਣੀ ਬਹੁਤ ਜ਼ਰੂਰੀ ਸੀਗੀ। ਇਸੇ ਕਰਕੇ ਜਿਹੜੀ ਇਹ ਸਰਕਾਰ ਨੇ ਹੈਲਪ ਦਿੱਤੀ ਹੈਗੀ ਹੈ ਡਿਜੀਟਲ ਟੂਲਸ ਨਾਲ, ਤਾਂ ਕਿ ਤੁਸੀਂ ਆਨਲਾਈਨ ਤੁਸੀਂ ਆਪਣੇ ਬਿਜ਼ਨਸ ਨੂੰ ਪ੍ਰਮੋਟ ਕਰ ਸਕੋ ਤੇ ਜਿਹੜੇ ਵੀ ਕੰਜ਼ਿਊਮਰ ਆ ਘਰ ਬੈਠੇ ਉਹ ਦੇਖ ਸਕਣ ਕਿ ਕਿੱਥੇ ਕਿਹੜੀ ਚੀਜ਼ ਸਾਡੇ ਲਈ ਚੰਗੀ ਹੈਗੀ ਆ। ਸੋ ਜਦੋਂ ਤੁਸੀਂ ਆਪਣੀ ਆਨਲਾਈਨ ਤੁਸੀਂ ਆਪਣੀ ਪ੍ਰਮੋਸ਼ਨ ਕਰ ਸਕੋਗੇ, ਕੰਜ਼ਿਊਮਰਸ ਨੂੰ ਪਤਾ ਲੱਗ ਸਕੂਗਾ ਕਿਹੜੀ ਚੀਜ਼ 'ਚ ਕਿਹੜੀ ਕੁਆਲਿਟੀਜ਼ ਹੈਗੀਆਂ। ਸੋ ਇਸ ਕਰਕੇ ਇਹ ਬਹੁਤ ਜ਼ਰੂਰੀ ਸੀਗਾ। ਸੋ ਬਿਜ਼ਨਸਿਸ ਲਈ ਇਹ ਬਹੁਤ ਵੱਡੀ ਹੈਲਪ ਹੋਗੀ ਤਾਂ ਕਿ ਉਹ ਆਪਣੇ ਆਨਲਾਈਨ ਆਪਣੇ ਆਪ ਨੂੰ ਪ੍ਰਮੋਟ ਕਰ ਸਕਣਗੇ। ਸੋ ਇਹ ਜਿਹੜਾ ਸਰਕਾਰ ਨੇ ਡਿਜੀਟਲ ਟੂਲਸ ਜਿਹੜੀ ਦਿੱਤੇ ਗਏ ਹੈਗੇ ਆ, ਇਹ ਜਿਹੜੀ ਨਵੀਂ ਜਿਹੜੀ ਹੈਲਪ ਦਿੱਤੀ ਗਈ ਹੈ ਕਾਫੀ ਚੰਗੀ ਹੈਗੀ ਆ। ਸੋ ਬਿਜ਼ਨਸਮੈਨ ਵੱਲੋਂ ਵੀ ਉਹ ਕਾਫੀ ਜਿਹੜਾ ਅੱਛਾ ਜਿਹੜਾ ਰਿਸਪੌਂਸ ਆ ਰਿਹਾ ਹੈਗਾ ਕਿ ਇਹ ਬਹੁਤ ਹੀ ਵਧੀਆ ਗੱਲ ਹੋਈ ਹੈਗੀ ਆ। ਹੁਣ ਇਹਦੇ ਨਾਲ ਬਿਜ਼ਨਸਿਸ ਨੂੰ ਕਾਫੀ ਹੈਲਪ ਮਿਲੂਗੀ। ਜੀ, ਪ੍ਰੋਵਿੰਸ਼ੀਅਲ ਸਰਕਾਰ ਵੱਲੋਂ ਹੁਣ ਜਦੋਂ ਸਟੇਜ 2 ਦੀ ਰੀਓਪਨਿੰਗ ਕੀਤੀ ਜਾ ਰਹੀ ਹੈ ਤਾਂ ਟੋਰਾਂਟੋ, ਵਿੰਡਸਰ ਤੇ ਪੀਲ ਰੀਜਨ ਨੂੰ ਇਸ ਤੋਂ ਬਾਹਰ ਰੱਖਿਆ ਗਿਆ ਹੈ, ਪਰ ਪੀਲ ਦੀ ਸਪੈਸੀਫਿਕਲੀ ਗੱਲ ਕਰੀਏ ਤਾਂ ਬ੍ਰੈਂਪਟਨ ਨੂੰ ਹਜੇ ਵੀ ਹੌਟਸਪੌਟ ਮੰਨਿਆ ਜਾ ਰਿਹਾ ਹੈ। ਤੁਹਾਡੀ ਰਾਈਡਿੰਗ ਸਾਊਥ ਫਲੈਚਰਸ ਵਿੱਚ ਅੱਜ ਤੋਂ ਡਰਾਈਵ ਥਰੂ ਟੈਸਟਿੰਗ ਜਿਹੜੀ ਹੈ ਸ਼ੁਰੂ ਹੋਣ ਜਾ ਰਹੀ ਹੈ।
ਰੁਪਿੰਦਰ ਜੀ, ਜਿਵੇਂ ਕਿ ਤੁਸੀਂ ਦੇਖੋ, ਜਦੋਂ ਰੀਓਪਨਿੰਗ ਹੋ ਰਹੀ ਹੈਗੀ, ਬਹੁਤ ਧਿਆਨ ਦੇ ਵਿੱਚ ਰੱਖਿਆ ਗਿਆ ਹੈਗਾ, ਜਿਵੇਂ ਕਿ 3 ਪੀਐਲ, ਟੋਰਾਂਟੋ, ਵਿੰਜ਼ਰ, ਇਹਦੇ ਬਹੁਤ ਹੀ ਪ੍ਰੀਕਾਸ਼ਨਸ ਲਈਆਂ ਜਾ ਰਹੀਆਂ। ਇਹ ਕਿਉਂ ਲਈਆਂ ਜਾ ਰਹੀਆਂ ਕਿ ਅਜੇ ਵੀ ਥੋੜ੍ਹੇ ਜਿਹੇ ਕੇਸਿਸ ਜਿਹੜੇ ਆ ਉਹਨਾਂ 'ਤੇ ਕੰਟਰੋਲ ਕਰਨਾ ਬਾਕੀ ਹੈਗਾ। ਇਸੇ ਕਰਕੇ ਸਾਊਥ ਫਲੈਚਰ ਦੇ ਵਿੱਚ ਜਿਹੜੇ ਪਾਰਕਿੰਗ ਲੋਟ ਦੇ ਵਿੱਚ ਅਸੈਸਮੈਂਟ ਸੈਂਟਰ ਵੀ ਅੱਜ ਤੋਂ ਖੁੱਲ੍ਹਿਆ ਹੈਗਾ, ਤਾਂ ਕਿ ਜਿੰਨੀ ਜ਼ਿਆਦਾ ਟੈਸਟਿੰਗ ਹੋਗੀ ਉਨੀ ਹੀ ਜਲਦੀ ਤੁਸੀਂ ਕੰਟਰੋਲ ਕਰ ਸਕੋਗੇ। ਸੋ ਇਸੇ ਕਰਕੇ ਜਿਹੜਾ ਇਹ ਫੈਸਲਾ ਲਿਆ ਗਿਆ ਹੈਗਾ, ਸਾਊਥ ਫਲੈਚਰ ਦੇ ਵਿੱਚ ਹੁਣ 16 ਜੂਨ ਅੱਜ ਤੋਂ ਜਿਹੜਾ ਉਹ ਟੈਸਟਿੰਗ ਦੀ ਜਿਹੜੀ ਅਸੈਸਮੈਂਟ ਸੈਂਟਰ ਉਹ ਖੁੱਲ੍ਹਾ ਹੈਗਾ। ਤੁਸੀਂ ਕਿਤੇ ਵੀ ਜਾ ਕੇ ਕਦੋਂ ਵੀ, ਜਦੋਂ ਵੀ ਤੁਹਾਡਾ ਟਾਈਮ ਹੋਵੇ, ਤੁਸੀਂ ਜ਼ਰੂਰ ਜਾ ਕੇ ਆਪਣੀ ਤੁਸੀਂ ਟੈਸਟਿੰਗ ਕਰਾਓ। ਜੇ ਤੁਹਾਨੂੰ ਲੱਗਦਾ ਹੈਗਾ ਕਿ ਕੋਈ ਸਿੰਪਟਮਸ ਹੈਗਾ, ਜਾਂ ਤੁਸੀਂ ਇਹ ਬਹੁਤ ਹੀ ਟੈਸਟਿੰਗ ਲਈ ਈਜ਼ੀ ਕਰ ਦਿੱਤਾ ਹੈਗਾ, ਕਿਉਂਕਿ ਜਿੰਨੀ ਜ਼ਿਆਦਾ ਟੈਸਟਿੰਗ ਹੋਊਗੀ ਉਨੀ ਹੀ ਜ਼ਿਆਦਾ ਕੰਟਰੋਲ ਹੋਏਗਾ। ਸੋ ਸਾਊਥ ਫਲੈਚਰ ਦੀ ਨਾਰਥ ਪਾਰਕਿੰਗ ਲੋਟ ਦੇ ਵਿੱਚ ਅਸੈਸਮੈਂਟ ਸੈਂਟਰ ਜਿਹੜਾ ਅੱਜ ਤੋਂ ਖੁੱਲ੍ਹ ਗਿਆ ਹੈਗਾ। ਤੋ ਸਾਰੇ ਹੀ ਸਾਡੇ ਜਿਹੜੇ ਭੈਣ ਭਰਾ ਹੈਗੇ ਆ, ਤੁਸੀਂ ਉਹਦੇ ਤੋਂ ਜਾ ਕੇ ਤੁਸੀਂ ਟੈਸਟ ਕਰਵਾ ਸਕਦੇ ਹੋ। ਇਹ ਜਿਹੜੀ ਇਹ ਚੰਗੀ ਗੱਲ ਹੈਗੀ ਆ। ਮੋਬਾਈਲ ਟੈਸਟਿੰਗ ਵੀ ਹੋ ਰਹੀ ਹੈਗੀ ਆ ਕੁਝ ਬਰੈਂਪਟਨ ਦੇ ਇਲਾਕਿਆਂ ਦੇ ਵਿੱਚ। ਉਹ ਇਸੇ ਕਰਕੇ ਜਿਹੜੇ ਰੀਜਨ ਆਫ ਪੀਐਲ ਜਾਂ ਹਸਪੀਟਲ ਵੱਲੋਂ ਇਹ ਜਿਹੜੇ ਜੀ ਪ੍ਰੀਕਾਸ਼ਨਸ ਲਿੱਤੇ ਜਾ ਰਹੇ ਹੈਗੇ ਆ, ਉਹ ਇਸੇ ਕਰਕੇ ਜ਼ਰੂਰੀ ਹੈਗਾ ਤਾਂ ਕਿ ਕੰਟਰੋਲ ਕੀਤਾ ਜਾ ਸਕੇ। ਤੇ ਰੀਓਪਨਿੰਗ ਜਿਹੜੀ ਆ ਉਹ ਇਸੇ ਕਰਕੇ ਕੇਅਰਫੁਲੀ ਕੀਤੀ ਜਾ ਰਹੀ ਹੈਗੀ ਆ। ਇੱਕ ਹੋਰ ਰੁਪਿੰਦਰ ਜੀ, ਮੈਂ ਮੈਂਸ਼ਨ ਕਰਨੀ ਚਾਹੂੰਗੀ ਕਿ ਟ੍ਰਾਂਜ਼ਿਟ ਦੇ ਵਿੱਚ ਨਾਨ ਸਰਜੀਕਲ ਮਾਸਕ ਲਾਉਣਾ ਬਹੁਤ ਜ਼ਰੂਰੀ ਹੈਗਾ, ਤਾਂ ਕਿ ਅਸੀਂ ਜਿਹੜੇ ਸਿੰਪਟਮਸ ਹੈਗੇ, ਕਿਸੇ ਨੂੰ ਪਤਾ ਨਹੀਂ ਹੁੰਦਾ ਕਿ ਉਹ ਪੋਜ਼ੀਟਿਵ ਹੈ ਜਾਂ ਕਦੀ ਤੁਸੀਂ ਕਿਸੇ ਨਾਲ ਇੰਟਰੈਕਸ਼ਨ ਹੁੰਦੀ ਹੈਗੀ ਆ। ਸੋ ਨਾਨ ਸਰਜੀਕਲ ਮਾਸਕ ਜਿਹੜੇ ਆ ਬਹੁਤ ਜ਼ਰੂਰੀ ਹੈਗੇ ਆ ਲਾਉਣੇ। ਜੇ ਤੁਸੀਂ ਵੈਸੇ ਵੀ ਸਟੋਰ ਵੀ ਜਾਂਦੇ ਹੋਗੇ, ਜਿੰਨੇ ਵੀ ਪ੍ਰੀਕਾਸ਼ਨ ਕਰ ਸਕਦੇ ਹੋ ਉਹਨਾਂ ਤੁਸੀਂ ਕਰੋ। ਮੈਂ ਸਾਰੇ ਹੀ ਭੈਣ ਭਰਾਵਾਂ ਨੂੰ ਅਪੀਲ ਕਰਦੀ ਹੈਗੀ ਆ ਕਿ ਤੁਸੀਂ ਆਪਣੇ ਹੈਲਥ ਐਕਸਪਰਟਸ ਨੂੰ ਸੁਣੋ, ਆਪਣੀ ਪ੍ਰੀਕਾਸ਼ਨਸ ਲਓ। ਨਾਨ ਸਰਜੀਕਲ ਮਾਸਕ ਇਹ ਸਾਡੀ ਸ਼ੀਲਡ ਹੈਗੀ ਆ, ਤੇ ਬਾਕੀ ਹੈਂਡ ਵਾਸ਼ ਜ਼ਰੂਰ ਕਰੋ, ਬਹੁਤ ਜ਼ਰੂਰੀ ਹੈਗੀਆਂ। ਤਾਂ ਹੀ ਅਸੀਂ ਜਿਹੜਾ ਹੈਗਾ ਪੀਐਲ ਦੇ ਵਿੱਚ ਅਸੀਂ ਕੰਟਰੋਲ ਕਰ ਸਕਾਂਗੇ, ਤੇ ਸਾਡੀ ਵੀ ਜਿਹੜੀ ਆ ਬਾਕੀ ਪ੍ਰੋਵਿੰਸ ਦੇ ਜਿਹੜੇ ਪਾਰਟਸ ਖੁੱਲ ਰਹੇ ਹੈਗੇ ਆ, ਤੇ ਤਾਂ ਹੀ ਇਹ ਜਲਦੀ ਖੁੱਲੂਗੀ ਜੇ ਅਸੀਂ ਇਸ ਚੀਜ਼ ਤੇ ਕੰਟਰੋਲ ਕਰ ਲਵਾਂਗੇ। ਜੀ ਬਿਲਕੁਲ, ਅਸੀਂ ਵੀ ਲੋਕਾਂ ਨੂੰ ਇਹੀ ਅਪੀਲ ਕਰਾਂਗੇ ਕਿ ਹੈਲਥ ਗਾਈਡਲਾਈਨਸ ਜਿਹੜੀਆਂ ਹੈਗੀਆਂ ਉਹਨਾਂ ਨੂੰ ਰੈਗੂਲਰ ਫੋਲੋ ਕਰਨ। ਥੈਂਕ ਯੂ ਸੋ ਮਚ ਪੀਟੀਸੀ ਨਾਲ ਗੱਲਬਾਤ ਕਰਨ ਲਈ, ਐਂਡ ਸਟੇ ਸੇਫ। ਥੈਂਕ ਯੂ ਰੁਪਿੰਦਰ ਜੀ, ਥੈਂਕਸ। NRI ਵਰਡ ਵਿੱਚ ਫਿਲਹਾਲ ਸਮਾਂ ਹੋ ਗਿਆ ਇੱਕ ਬ੍ਰੇਕ ਦਾ। ਬ੍ਰੇਕ ਤੋਂ ਬਾਅਦ ਸਾਡੀ ਇਹ ਖਾਸ ਪੇਸ਼ਕਸ਼ ਜਾਰੀ ਰਹੇਗੀ, ਤੁਸੀਂ ਬਣੇ ਰਹੋ ਸਾਡੇ ਨਾਲ। ਬ੍ਰੇਕ ਤੋਂ ਬਾਅਦ NRI ਵਰਡ ਵਿੱਚ ਇੱਕ ਵਾਰੀ ਫਿਰ ਤੋਂ ਤੁਹਾਡਾ ਸਵਾਗਤ ਹੈ। ਰੁਕ ਕਰਦੇ ਹਾਂ ਓਨਟਾਰੀਓ ਦਾ। ਓਨਟਾਰੀਓ ਵਿੱਚ ਅੱਜ ਇੱਕ ਵਾਰੀ ਫਿਰ ਤੋਂ 184 ਨਵੇਂ ਕੇਸਿਸ ਰਿਪੋਰਟ ਕੀਤੇ ਗਏ ਨੇ। ਇਸ ਦੇ ਨਾਲ ਹੀ ਆਉਂਦੇ ਸ਼ੁੱਕਰਵਾਰ ਤੋਂ 7 ਹੋਰ ਰੀਜਨਸ ਵਿੱਚ ਸਟੇਜ 2 ਦੇ ਤਹਿਤ ਰੀਓਪਨਿੰਗ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਅੱਜ ਪ੍ਰੀਮੀਅਰ ਡਗ ਫੋਰਡ ਇੱਕ ਵਾਰੀ ਫਿਰ ਤੋਂ ਮੀਡੀਆ ਦੇ ਰੂਬਰੂ ਹੋਏ। Today, I'm proud to announce the release of a new toolkit, the COVID-19 Safety Plan Guide. This toolkit builds on many supports we have already provided to businesses to help them prepare for reopening, including over 133 sector-specific workplace safety guidance documents. This toolkit will help give businesses, employees, and customers and consumers the confidence they need to resume business as usual. It will help businesses identify risks, take steps to make their workplace safe, and help them develop their own tailored safety plan. This is about giving businesses and owners the tools and resources they need to adapt and succeed in this new reality, and giving their employees and customers the confidence they need to keep supporting businesses as they reopen. And it's up to all of us, it's up to everyone to support our local businesses during these difficult times. So let's take pride in our incredible Ontario small businesses and manufacturers. Let's support local, buy Ontario. Because we have the best of the best right here in Ontario. So let's all shop local. This summer, plan your vacation at one of our incredible Ontario destinations. And together, we will support each other through this. My friends, we're all in this together. Thank you, and God bless the people of Ontario.
ਸੋ ਓਨਟਾਰੀਓ ਸਰਕਾਰ ਦੀ ਹੁਣ ਤੱਕ ਦੀ ਕਾਰਗੁਜ਼ਾਰੀ ਸੰਬੰਧੀ ਗੱਲਬਾਤ ਕਰਨ ਲਈ ਸਾਡੇ ਨਾਲ ਜੁੜ ਰਹੇ ਨੇ ਓਨਟਾਰੀਓ ਦੀ ਲਿਬਰਲ ਪਾਰਟੀ ਲੀਡਰ ਸਟੀਵਨ ਡੈਲ ਡਿਊਕਾ। ਹੈਲੋ ਮਿਸਟਰ ਡਿਊਕਾ ਐਂਡ ਥੈਂਕ ਯੂ ਸੋ ਮਚ ਫॉर ਟੇਕਿੰਗ ਆਊਟ ਟਾਈਮ ਫॉर PTC। My pleasure. Thank you for having me on. Mr. Duca, you have just completed 100 days of leadership. Though during this time things were different, Ontario Legislative Assembly was not sitting. But how do you see your 100 days? Yeah, it's obviously been a very unpredictable, unprecedented first 100 days. When we had our leadership convention back at the beginning of March, I had a very set plan to go forward, do lots of touring, introduce myself to the people of the province. I was able to do that for the first 3 days after the convention, but then the pandemic literally disrupted everything in our lives. So we put all of the touring on hold for the time being. But there's a lot of work that we've taken advantage of behind the scenes as a party to make sure that we are getting ready for an election campaign that's going to be taking place in now less than 2 years. And at the same time, between myself and the 8 members of our caucus at the legislature, we've been doing our very best to try and provide collaborative advice to the Premier and his government, but also to hold them to account in those areas where we think they've dropped the ball. Recently, you have penned a statement on the Liberal Party website calling out what Doug Ford is hiding. When you say what Doug Ford is hiding, what do you mean by that? Well, that specific statement, my biggest concern, that specific statement relates to my biggest concern around the fact that it didn't seem to me, it still doesn't seem to me that there's a coherent plan for us to safely reopen Ontario's economy. But more than that, in those days leading up to that statement, Doug Ford was asked point blank, who are the people that you're relying upon for expert advice around your, what he calls the command table? And he's been unwilling or unable to reveal the names of the experts that he's relying upon for advice. I had the honor of serving for 4 years at the cabinet table. It's the easiest thing in the world to do for somebody in a position of leadership. When you're in the middle of a crisis, you're in the middle of a pandemic, you want the people of this province to have clear and transparent information so they can understand how we're going forward. And for the life of me, I just don't understand why Doug Ford wouldn't be open and transparent about the names of the women and men upon whose advice he's relying. If you look at the workings of the provincial government, they are now reopening in the stage 2, and they have adopted a regional approach to that. What's your viewpoint on that? Yeah, I've been perfectly fine with the concept of a regional approach. Again, the most important thing for me is that it's safe and that we're doing it in a careful way. The only concern I have about the regional approach is that, for the businesses that are reopening here in my home region of York Region this Friday, York Region, for example, will move to stage 2. I think it would be easy to basically say to the owners of things like barbershops and salons and other companies that are reopening, you want to avoid a situation where somebody's moving from one part of the province that's not yet reopened and is still at risk into an area of the province that has started to reopen. So I do believe the government could have done more to make sure that people in Ontario weren't moving from an unopened region into an open region and inadvertently potentially spreading the virus. Even something as simple as, last week, barbershops, for example, in Barrie, Ontario opened up. If I wanted to go there and I live in York Region and my region hadn't been opened up, simply having to show identification to the owner of that company, proving where you live. Do you live in the region that's open or do you not? So little things like that, I think the government could have done a better job about. But I also know that many of our small and medium sized business owners and lots of people across Ontario, as the weather is getting better, they want to see their family, they want to see their friends, they want to get back to some version of normal. I understand that impulse, and I get it in my own family. Our young daughters, they want to see their friends. They want to see my parents and my mother-in-law and my father-in-law. But we have to be careful, and we have to be safe at all times. Viruses can, as we've learned, spread very, very quickly if we're not careful. So I would continue to encourage the Premier and the government to take every single precaution necessary to make sure that the people of the province, that we reopen safely and carefully. And now when people are looking to get back to work, parents need to put their kids in the daycare. But as you have said, like the government have put the parents in an impossible situation. Why do you say so? Well, I think the way that it was the reopenings of daycares and childcare centers in particular was very poor, the job that the government did. There was very little advance warning to the daycare or childcare operators. Parents didn't get information until the last possible second.
that these centers would be reopening in just a few days when it took place a number of days ago. And that's just not the way to do this. What people need when you're dealing with a crisis or a pandemic is clear information that's easy to understand. It's really important to have all of your partners at the table for a proper discussion. And what really concerns me, if that's the way the government's handled the reopening of childcare, what really concerns me as the father of 2 young daughters is what will their plan look like in September for the potential reopening of our public school system? If they're going to be haphazard, if they're not going to be particularly strong in how they reopen childcare, which is important, but relatively a small part of our society, when you look at the public school system and it's thousands of schools affecting hundreds of thousands of students and their families, I am very concerned that they may drop the ball. So again, I hope that they will, deal with the right experts, take the right advice, talk to the school boards, talk to the teachers' federations, talk to parents and to students to figure out the best way to go forward so that people are safe, that we are secure, but it is done seamlessly and it's done properly. But looking at all the steps what provincial government has taken in the fight against COVID-19, if being in power, what would you and your party have done the things differently? Yeah, so I think here in Canada, one of the best examples we have of how to do things, how things were done very well during the pandemic is what took place in British Columbia. We know at the very beginning of the pandemic, there was a lot of concern that we would have a challenge in Ontario and Quebec and also British Columbia. But when you look at British Columbia's numbers throughout the pandemic, they've been relatively small. The government there, the provincial government there, took very quick and decisive action in long-term care with respect to proper compensation for people working on the front lines, making sure that there was personal protective equipment that was available at all times. And look, this is not a time for partisanship. This is not a time to be overly critical. I've tried to be constructive and collaborative with Premier Ford. I know this is not an easy time for anybody to govern in, but sometimes in a pandemic, often in a pandemic, what's really important is quick action that's communicated clearly and consistently and transparently, and then making sure that you're doing things in the safe and careful way. And frankly, throughout the pandemic, Doug Ford has literally flip-flopped on a number of occasions with some very serious issues, and I think that helps to actually kind of shake the confidence of the people of the province. So we saw examples in British Columbia of how that government moved quickly and decisively. I think that if we had been in power, if I had been premier during this, I'd like to believe that we would have also moved decisively and consistently and relied on experts and been open about who those experts were throughout the pandemic. Definitely. Well, thank you so much for taking out your time and talking to us. Thank you so much and stay safe. My pleasure. You stay safe as well. We'll see you soon. See you soon. Thank you so much. ਸੋ ਅੱਜ NRI ਵਰਡ ਵਿੱਚ ਬਸ ਇੰਨਾ ਹੀ। ਫਿਲਹਾਲ ਸਾਨੂੰ ਦਿਓ ਇਜਾਜ਼ਤ। ਤੁਸੀਂ ਰੱਖੋ ਆਪਣਾ ਖਿਆਲ ਤੇ ਦੇਸ਼ ਦੁਨੀਆ ਦੀਆਂ ਖਬਰਾਂ ਲਈ ਬਣੇ ਰਹੋ PTC ਦੇ ਨਾਲ।